ਪੰਜਾਬ ਦੇ ਵਿੱਚ ਬਿਲਕੁਲ ਵਿਧਾਨ ਸਭਾ ਚੋਣਾਂ ਨੇੜੇ ਨੇ। ਚੋਣਾਂ ਦੀ ਆਪਾਂ ਗੱਲ ਕਰਾਂਗੇ। ਉਸ ਤੋਂ ਪਹਿਲਾਂ ਦੇਸ਼ ਵਿਦੇਸ਼ ਦੀ ਸੰਗਤ ਨੂੰ ਮੇਰੇ ਵੱਲੋਂ ਜਾਨੀ ਨਿਰਮਲ ਗੁੜਾ ਦੇ ਵੱਲੋਂ ਜੈ ਗੁਰਦੇਵ ਜੈ ਭੀਮ। ਬਿਲਕੁਲ ਕਰੀਬ 5 ਮਹੀਨੇ ਬਾਕੀ ਨੇ ਚੋਣਾਂ ਦੇ ਵਿੱਚ। ਚੋਣ ਜਾਬਤਾ ਲੱਗਣ ਵਾਲਾ। ਜਿਨ੍ਹਾਂ ਨੇ ਪਹਿਲਾਂ ਵੀ 5 ਸਾਲ ਸੇਵਾ ਕੀਤੀ ਜਾਂ ਉਦੋਂ ਪਹਿਲਾਂ ਵੀ 5 ਸਾਲ ਕੀਤੀ, ਉਦੋਂ ਵੀ 5 ਸਾਲ ਪਹਿਲਾਂ ਕੀਤੀ, ਸੇਵਾ ਦੇ ਨਾਮ ਤੇ ਕਿੰਨਾ ਕੁ ਵਿਕਾਸ ਕੀਤਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਉਹ ਫਿਰ ਫਾਈਲਾਂ ਭਰੀ ਫਿਰਦੇ ਨੇ ਕਿ ਮੈਨੂੰ ਫਿਰ ਦੁਬਾਰਾ ਵਿਧਾਇਕ ਬਣਾਓ, ਫਿਰ ਮੈਨੂੰ ਮੰਤਰੀ ਬਣਾਓ। ਆਉਣ ਵਾਲਾ ਸਮਾਂ ਦੱਸੇਗਾ ਕਿ ਉਹਨਾਂ ਨੂੰ ਕੌਣ ਲੋਕ ਵੋਟ ਪਾਉਂਦੇ, ਕੌਣ ਨਹੀਂ ਪਾਉਂਦੇ, ਕਿੰਨੀਆਂ ਕੁ ਪੈਂਦੀਆਂ ਨੇ, ਉਹ ਸਮਾਂ ਦੱਸੇਗਾ। ਪਰ ਲੋਕਾਂ ਨੂੰ ਕਿੱਦਾਂ ਦੇ ਵਿਧਾਇਕ ਚੁਣਨੇ ਚਾਹੀਦੇ ਨੇ, ਇਹਦੇ ਤੇ ਅਸੀਂ ਚਰਚਾ ਕਰ ਰਹੇ ਹਾਂ ਕੁਝ ਸਮੇਂ ਤੋਂ। ਤੇ ਅੱਜ ਮੇਰੇ ਨਾਲ ਨੇ ਇਸ ਵੇਲੇ ਸ਼ੌਂਕੀ ਬੜਾ ਪਿੰਡ ਜਿਹੜੇ ਅੰਬੇਡਕਰੀ ਨੇ ਔਰ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦੇ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਵਾਸਤੇ ਨਾਟਕ ਕਰਵਾਉਂਦੇ ਨੇ। ਘਰ ਘਰ ਤੱਕ ਉਹਨਾਂ ਦੀਆਂ ਕਿਤਾਬਾਂ, ਉਹਨਾਂ ਦਾ ਪ੍ਰਚਾਰ ਲੈ ਕੇ ਜਾ ਰਹੇ ਨੇ। ਸਭ ਤੋਂ ਪਹਿਲਾਂ ਸਵਾਗਤ ਕਰੀਏ ਜੀ। ਜੈ ਗੁਰਦੇਵ ਜੈ ਭੀਮ। ਜੈ ਭੀਮ ਜੈ ਭਾਰਤ ਜੀ। ਜੈ ਗੁਰਦੇਵ ਧੰਨ ਗੁਰਦੇਵ ਜੀ। ਉਹ ਸਭ ਠੀਕ ਠਾਕ ਹੋ ਜੀ? ਬਹੁਤ ਵਧੀਆ ਸਰ, ਗੁੜਾ ਸਾਹਿਬ ਬਹੁਤ ਵਧੀਆ ਜੀ। ਸ਼ੌਂਕੀ ਸਾਹਿਬ, ਗੱਲ ਚੱਲ ਰਹੀ ਹੈ ਕਿ ਜਿਵੇਂ ਵਿਧਾਨ ਸਭਾ ਚੋਣਾਂ ਬਿਲਕੁਲ ਸਿਰ ਤੇ ਨੇ। ਹਾਂਜੀ। ਪੰਜਾਬ ਦੇ ਵਿੱਚ ਪਿਛਲੀ ਸਰਕਾਰ ਨੇ ਕਿੰਨਾ ਕੁ ਵਿਕਾਸ ਕੀਤਾ, ਕਿੰਨਾ ਕੁ ਲੋਕਾਂ ਦੇ ਹੱਕ ਦੀ ਗੱਲ ਕੀਤੀ, ਲੋਕ ਚੰਗੀ ਤਰ੍ਹਾਂ ਜਾਣਦੇ ਨੇ। ਹਾਂਜੀ। ਉਸ ਤੋਂ ਪਹਿਲਾਂ ਵੀ ਕਿੰਨਾ ਕੁ ਲੋਕਾਂ ਦੇ ਹੱਕਾਂ ਤੇ ਡਾਕਾ ਵੱਜਿਆ, ਹਾਂਜੀ, ਲੋਕ ਚੰਗੀ ਤਰ੍ਹਾਂ ਜਾਣਦੇ ਨੇ। ਬਿਲਕੁਲ ਜੀ। ਦੁਬਾਰਾ ਫਿਰ ਪੰਜਾਬ ਦੀ ਸਰਕਾਰ 5 ਸਾਲ ਦੇ ਵਾਸਤੇ ਲੋਕਾਂ ਨੇ ਚੁਣਨੀ ਹੈ, ਲੋਕਾਂ ਦੇ ਵਾਸਤੇ। ਹਾਂਜੀ। ਕੀ ਤੁਸੀਂ ਲੋਕਾਂ ਨੂੰ ਰੂਪ ਰੇਖਾ ਦੇਣਾ ਚਾਹੋਗੇ ਕਿ ਲੋਕ ਐਮਐਲਏ ਚੁਣਨ ਵੇਲੇ ਕਿੱਦਾਂ ਦਾ ਖਿਆਲ ਰੱਖਣ? ਪਹਿਲਾਂ ਤਾਂ ਗੁੜਾ ਸਾਹਿਬ ਤੁਹਾਡਾ ਬੜੇ ਪਿੰਡ ਆਉਣ ਵਾਸਤੇ ਧੰਨਵਾਦ। ਕੰਛੀ ਟੀਵੀ ਦਾ ਧੰਨਵਾਦ। ਸਾਰੇ ਜੋ ਸਰੋਤੇ ਦੇਖ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ। ਗੁੜਾ ਸਾਹਿਬ, ਜੋ ਆਪਾਂ ਗੱਲ ਕਰ ਰਹੇ ਹਾਂ ਕਿ ਮੂਹਰੇ ਇਲੈਕਸ਼ਨ ਆਉਣ ਵਾਲੀ ਆ 2022 ਦੀ, ਉਹਦੇ ਲਈ ਕਿੱਦਾਂ ਦਾ ਸਾਨੂੰ ਚੋਣ ਕਰਨੀ ਚਾਹੀਦੀ। ਦੇਖੋ, ਚੋਣ ਜਿਹੜੀ ਆ ਉਹ ਆਪਾਂ ਪਹਿਲਾਂ ਵੀ ਕਰਦੇ ਹਾਂ। ਲੋਕ ਜਿਹੜੇ ਆ, ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਗਰੀਬੀ ਰੇਖਾ ਦੇ ਲੋਕ ਆ, ਉਹਨਾਂ ਦੀ ਸੋਚ ਨਹੀਂ ਹੁੰਦੀ ਕਿ ਸਾਡਾ ਐਮਐਲਏ ਸਾਡੇ ਲਈ ਕੀ ਕਰੂਗਾ ਜਾਂ ਐਮਪੀ ਸਾਡਾ ਕੀ ਕਰੂਗਾ। ਕਿਉਂਕਿ ਜਦੋਂ ਐਮਐਲਏ ਐਮਪੀ ਵਾਸਤੇ ਕੋਈ ਵੀ ਕੈਂਡੀਡੇਟ ਖੜਦਾ, ਉਹ ਕਿਸੇ ਵੀ ਪਾਰਟੀ ਨਾਲ ਦਾ ਹੋ ਸਕਦਾ, ਕਿਸੇ ਵੀ ਧਰਮ ਦਾ ਹੋ ਸਕਦਾ, ਜਾਂ ਕਿਸੇ ਵੀ ਤਰ੍ਹਾਂ ਦਾ ਉਹ ਬੰਦਾ ਹੋ ਸਕਦਾ। ਉਹ ਜਦੋਂ ਤਾਂ ਐਮਐਲਏ ਜਾਂ ਐਮਪੀ ਦੀ ਸੀਟ ਵਾਸਤੇ ਖੜਦਾ ਆ ਤੇ ਉਹ ਲੋਕਾਂ ਦੇ ਦਰਾਂ ਦੇ ਵਿੱਚ ਜਾਂਦਾ, ਲੋਕਾਂ ਦੀਆਂ ਮਾਤਾ ਭੈਣਾਂ ਦੇ ਗੋਡੀਆਂ ਹੱਥ ਲਾਉਂਦਾ, ਬਜ਼ੁਰਗਾਂ ਦੇ ਗੋਡੀਆਂ ਹੱਥ ਲਾਉਂਦਾ, ਬੱਚਿਆਂ ਨੂੰ ਕਲਾਵੇ 'ਚ ਲੈਂਦਾ, ਪਿਆਰ ਦਿੰਦਾ, ਨੌਜਵਾਨਾਂ ਨੂੰ ਉਤਸ਼ਾਹ ਦਿੰਦਾ। ਸਿਰਫ ਉਹ ਇੱਕ ਡਰਾਮੇਬਾਜ਼ੀ ਹੁੰਦੀ ਆ। ਕਿਉਂਕਿ ਆਪਾਂ ਹੁਣ ਸਾਰੇ ਤਕਰੀਬਨ ਇਹ ਚੀਜ਼ਾਂ ਨੂੰ ਜਾਣ ਚੁੱਕੇ ਹਾਂ, ਪੜ੍ਹੇ ਲਿਖੇ ਹਾਂ, ਕੋਈ ਅਨਪੜ੍ਹ ਲੋਕ ਨਹੀਂ ਹੈਗੇ ਕਿ ਇਹ ਲੋਕ ਕੀ ਕਰਦੇ ਆ। ਇਹਨਾਂ ਦਾ ਸਿਰਫ ਇੱਕੋ ਟੀਚਾ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਵੋਟ ਲਈਏ। ਵੋਟ ਤੋਂ ਬਾਅਦ ਇਹ ਲੋਕ ਜਦੋਂ ਇਹਨਾਂ ਦੇ ਦਫ਼ਤਰਾਂ 'ਚ ਜਾਂਦੇ ਆ ਜਾਂ ਇਹਨਾਂ ਦੇ ਘਰਾਂ 'ਚ ਜਾਂਦੇ, ਜਾਂ ਇਹਨਾਂ 'ਤੇ ਕੋਈ ਪਰਸਨਲ ਲੋੜ ਤਾਂ ਬਹੁਤ ਘੱਟ ਪੈਂਦੀ, ਪਰ ਜੇ ਪੈਂਦੀ ਆ ਤਾਂ 10-10 ਗਨਮੈਨ ਇਹਨਾਂ ਦੇ ਬਾਹਰ ਬੈਠੇ ਹੁੰਦੇ ਆ। ਪਹਿਲੀ ਗੱਲ ਤਾਂ ਗਨਮੈਨ ਜਾਂ ਗੇਟਕੀਪਰ ਹੀ ਵਾਪਸ ਕਰ ਦਿੰਦਾ ਕਿ ਸਾਹਿਬ ਹੈ ਨਹੀਂ ਕਿ ਜਿਹੜਾ ਐਮਐਲਏ, ਜਿਹੜਾ ਐਮਪੀ ਪਹਿਲਾਂ ਲੋਕਾਂ ਦੇ ਗੋਡੇ ਘੁੱਟਦਾ ਆ ਕੇ ਘਰਾਂ ਦੇ ਵਿੱਚ ਤੁਰਿਆ ਫਿਰਦਾ, ਉਸ ਐਮਐਲਏ ਦੇ ਬਾਅਦ 'ਚ ਮੈਡਨ ਲਈ 10-10 20-20 ਚੱਕਰ ਲਾਉਣੇ ਪੈਂਦੇ ਲੋਕਾਂ ਨੂੰ। ਅਤੇ ਉਹ ਆਪਣੇ ਕੰਮ ਇਮਾਨਦਾਰੀ ਨਾਲ ਨਹੀਂ ਕਰਦੇ। ਅਗਰ ਇਮਾਨਦਾਰੀ ਨਾਲ ਕਰਦੇ, ਹੁਣ ਬਾਬਾ ਸਾਹਿਬ ਅੰਬੇਦਕਰ ਜੀ ਨੇ ਜਿੱਦਾਂ ਕੰਮ ਕੀਤਾ, ਉਹਨਾਂ ਨੇ ਇਕੱਲਿਆਂ ਨੇ ਇੰਨਾ ਕੁਝ ਬਦਲਿਆ, ਸਮਾਜ ਨੂੰ ਇੰਨਾ ਕੁਝ ਦਿੱਤਾ। ਅਸੀਂ ਲੋਕਾਂ ਤੋਂ, ਅਸੀਂ ਸਾਡੇ ਜਿਹੜੇ ਐਮਪੀ ਐਮਐਲਏ ਆ, ਜਿਹੜੇ ਸਾਡੇ 34 ਵਿਧਾਇਕ ਆ, ਰਾਜ ਸਭਾ ਲੋਕ ਸਭਾ 'ਚ ਬੈਠੇ, ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸਾਡੇ ਹੱਕ ਦੇ ਡਾਕੇ ਵੱਜ ਰਹੇ ਆ। ਕਿਤੇ SC ST ਐਕਟ ਦਾ ਹੋ ਜਾਂਦਾ ਆ, ਕਿਤੇ ਕੁਛ ਹੋਰ ਹੋ ਜਾਂਦਾ ਆ। ਉਹ ਜਿਹੜੇ ਸਾਡੇ ਹੱਕ ਆ ਉਹ ਕਿੱਥੇ ਗਏ? ਸਾਡੇ ਲੋਕਾਂ ਦੇ ਹੱਕ ਦੀ, ਸਾਡੇ ਲੋਕਾਂ ਦੇ ਹਿੱਸੇ ਦੀ ਜ਼ਮੀਨ, ਸਾਡੇ ਲੋਕਾਂ ਦੇ ਹਿੱਸੇ ਦੀਆਂ ਫੈਕਟਰੀਆਂ, ਸਾਡੇ ਲੋਕਾਂ ਦੇ ਹਿੱਸੇ ਦੇ ਬਿਜ਼ਨਸ, ਉਹ ਕਿੱਥੇ ਗਏ? ਸਾਨੂੰ ਜਾਂ ਸਾਡੇ ਸਮਾਜ ਦੇ ਲੋਕਾਂ ਨੂੰ, ਜਾਂ ਜੋ ਵੀ ਹੋਰ ਸਮਾਜ ਦੇ ਜਿਹੜੇ ਘੱਟ ਪੜ੍ਹੇ ਲਿਖੇ ਲੋਕ ਆ, ਉਹਨਾਂ ਨੂੰ ਵੇਚ ਕੇ ਇਹ ਲੋਕ ਪੈਸਾ ਕਮਾ ਰਹੇ ਆ। 5-5 7-7 ਪੈਨਸ਼ਨਾਂ ਚੱਕ ਰਹੇ ਆ। ਜਦ ਕਿ ਇਹ ਆਪਾਂ ਪਹਿਲਾਂ ਵੀ ਇੱਕ ਬੜੇ ਪਿੰਡ ਦੇ ਵਿੱਚ ਤੁਸੀਂ ਸਾਡੇ ਕੋਲ ਆਏ ਸੀ ਤਾਂ ਅਸੀਂ ਉਦਣ ਵੀ ਬੇਨਤੀ ਕੀਤੀ ਸੀ ਕਿ ਇੱਕ 60 ਸਾਲ ਤੱਕ ਇੰਪਲਾਈਜ਼ ਜਿਹੜਾ ਆ ਉਹ ਜੋਬ ਕਰਦਾ, ਉਹ ਰਾਤ ਦਿਨ ਮੀਂਹ ਹਨੇਰੀ 'ਚ ਜਾਂਦਾ, ਅਤੇ ਉਹਨਾਂ ਦੀ ਪੈਨਸ਼ਨ ਇਹੀ ਵਿਧਾਇਕ ਅੰਦਰ ਬੈਠ ਕੇ ਏਸੀਆਂ 'ਚ ਬੈਠ ਕੇ ਖ਼ਤਮ ਕਰ ਰਹੇ ਅਤੇ ਆਪਣੀਆਂ 5-5 7-7 ਪੈਨਸ਼ਨਾਂ ਲਾ ਰਹੇ। ਕਿਉਂ? ਇਹਦਾ ਵਿਧਾਇਕਾਂ ਨੂੰ ਵੀ, ਐਮਪੀ ਐਮਐਲਏ ਨੂੰ ਵੀ ਅਸੀਂ ਕੁਐਸਚਨ ਪੁੱਛਦੇ ਵੀ ਕਿਉਂ ਕਰ ਰਹੇ ਆ। ਇਹ ਲੋਕਾਂ ਦਾ ਪੈਸਾ ਆ, ਤੁਹਾਡੇ ਖੂਨ ਪਸੀਨੇ ਦੀ ਕਮਾਈ ਨਹੀਂ, ਇਹ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਆ। ਅਤੇ ਤੁਸੀਂ ਉਹਨੂੰ
ਆਪਣੇ ਫਾਇਦੇ ਲਈ ਆਪਣੇ ਮਤਲਬ ਵਰਤਣ ਲਈ ਤੁਸੀਂ ਉਹਨਾਂ ਨੂੰ ਲੁੱਟ ਰਹੇ ਆ। ਤੁਸੀਂ ਲੋਕਾਂ ਦਾ ਜੇ ਕਿਤੇ ਲੋਕਾਂ ਦੀ ਆਵਾਜ਼ ਹੁੰਦੀ ਆ ਉੱਥੇ ਤਾਂ ਤੁਸੀਂ ਬੋਲਦੇ ਨਹੀਂ। ਜਿੱਦਾਂ ਆਪਾਂ ਹੋਰ ਕਈ ਲੀਡਰਾਂ ਨੂੰ ਸੁਣਦੇ ਆ ਰਾਜ ਸਭਾ ਜਾਂ ਲੋਕ ਸਭਾ ਦੇ ਵਿੱਚ, ਅਸੀਂ ਕਿਸੇ ਆਪਣੇ ਲੀਡਰ ਨੂੰ ਚੱਜ ਨਾਲ ਸੁਣਦੇ ਹੀ ਨਹੀਂ। ਜਿਹੜੇ ਸਾਡੇ ਸਮਾਜ ਦਾ ਲੀਡਰ ਆ ਉਹ ਸਿਰਫ ਮੂੰਹ ਬੰਦ ਕਰਕੇ ਬੈਠਾ ਹੁੰਦਾ, ਉਹ ਸਾਡੇ ਸਮਾਜ ਲਈ ਕਦੀ ਬੋਲਦਾ ਨਹੀਂ। ਕੁਛ ਇੱਕ ਦੋ ਲੀਡਰ ਹੈਗੇ ਆ ਜਿਹੜੇ ਬੋਲਦੇ ਆ ਵਧੀਆ, ਉਹਨਾਂ ਦੇ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਲੋਕਾਂ ਦੀ ਸਮਾਜ ਦੀ ਗੱਲ ਨੂੰ ਉੱਤੇ ਲੈ ਕੇ ਜਾਂਦੇ ਆ। ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਲੀਡਰ ਆ ਜਿਨ੍ਹਾਂ ਨੂੰ ਅਸੀਂ ਐਮਐਲਏ ਐਮਪੀ ਜਿਤਾਉਂਦੇ ਆ, ਕਿਉਂਕਿ ਐਮਪੀ ਜਾਂ ਐਮਐਲਏ ਕੋਈ ਵੀ ਜਿੱਤ ਜਾਵੇ ਉਹਨੂੰ ਚਾਹੇ ਕਿਸੇ ਨੇ ਵੋਟ ਪਾਈ ਚਾਹੇ ਨਹੀਂ ਪਾਈ, ਉਹਦੇ ਮਨ ਦੇ ਵਿੱਚ ਤਾਂ ਇਹ ਹੋਣਾ ਚਾਹੀਦਾ ਕਿ ਮੈਨੂੰ ਹਰ ਇੱਕ ਬੰਦੇ ਨੇ ਵੋਟ ਪਾਈ ਆ, ਮੈਂ ਜਿੱਤ ਗਿਆ ਤਾਂ ਹਰ ਇੱਕ ਬੰਦੇ ਨੇ ਮੈਨੂੰ ਜਿਤਾਇਆ। ਕਿਉਂਕਿ ਉਹਨੂੰ ਜਿਹੜਾ ਉਹਦਾ ਪੂਰਾ ਅਧਿਕਾਰ ਦੇਣਾ ਚਾਹੀਦਾ ਉਸ ਬੰਦਿਆਂ ਨੂੰ। ਹੁਣ ਹਸਪੀਟਲਾਂ 'ਚ ਚੱਲ ਜਾਈਏ, ਹੋਰ ਕਿਸੇ ਸਰਕਾਰੀ ਅਦਾਰਿਆਂ 'ਚ ਚੱਲ ਜਾਈਏ, ਕਿਤੇ ਵੀ ਚੱਜ ਦਾ ਸਟਾਫ ਨਹੀਂ ਹੈਗਾ। ਹਸਪੀਟਲਾਂ ਦੇ ਵਿੱਚ ਕੋਈ ਮੈਡੀਸਨ ਨਹੀਂ ਮਿਲਦੀ। ਸਕੂਲਾਂ ਦੇ ਵਿੱਚ ਜਿੱਥੇ ਗਰੀਬ ਬੱਚਿਆਂ ਨੇ ਪੜ੍ਹਨਾ ਆ, ਜਿੱਥੇ ਗਰੀਬ ਲੋਕਾਂ ਦੇ ਬੱਚਿਆਂ ਨੇ ਪੜ੍ਹਨਾ, ਉੱਥੇ ਸਟਾਫ ਨਹੀਂ ਹੈਗਾ। ਕਿੱਦਾਂ ਅਸੀਂ ਪੜ੍ਹਾਈ ਬੱਚਿਆਂ ਨੂੰ ਕਰਾਵਾਂਗੇ? ਅਸੀਂ ਸੋਚ ਤਾਂ ਰੱਖਦੇ ਬਾਬਾ ਸਾਹਿਬ ਦੀ ਕਿ ਅਸੀਂ ਬਹੁਤ ਵੱਡੇ ਆਪਣੇ ਬੱਚਿਆਂ ਨੂੰ ਹੁਕਮਰਾਨ ਬਣਾਉਣਾ, ਪਰ ਉਹ ਕਿੱਦਾਂ ਹੋ ਸਕਦਾ? ਕਿਉਂਕਿ ਸਾਡੇ ਹੀ ਲੋਕ ਸਾਡੇ ਜੜ੍ਹਾਂ ਵੱਢ ਕੇ ਸਾਡੇ ਹੀ ਪੈਸੇ ਖਾ ਕੇ ਤੇ ਉਹ ਆਪ ਢਿੱਡ ਭਰ ਰਹੇ ਆ, ਆਪਣੀਆਂ ਉਹ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਬਣਾ ਰਹੇ। ਜਿਹੜੇ ਬੰਦੇ ਕੋਲ ਕਦੀ ਪ੍ਰਾਪਰਟੀ ਨਹੀਂ ਸੀ ਹੁੰਦੀ ਉਹ ਕਰੋੜਾਂ ਰੁਪਏ ਦੀਆਂ ਪ੍ਰਾਪਰਟੀਆਂ ਬਣਾ ਰਹੇ, ਤੇ ਜਿਹੜਾ ਗਰੀਬ ਹੈ ਉਹ ਦਿਨ ਪਰ ਦਿਨ ਗਰੀਬ ਹੁੰਦਾ ਜਾ ਰਿਹਾ। ਤੇ ਇਹਦੇ ਲਈ ਲੋਕਾਂ ਨੂੰ ਵੀ ਜਾਗਰਤ ਹੋਣਾ ਪਊਗਾ। ਇੱਕ ਖਾਸ ਗੱਲ ਦੱਸਿਓ ਕਿ ਜਿਵੇਂ ਪੰਜਾਬ ਦੇ ਵਿੱਚ ਜਿਹੜੇ 34 ਐਸਸੀ ਵਿਧਾਇਕ ਹੈ, ਹਾਂਜੀ, ਪਾਰਟੀ ਉਹਨਾਂ ਦੀ ਕੋਈ ਹੋਵੇ ਕੋਈ ਗੱਲ ਨਹੀਂ ਹੈਗੀ, ਪਰ ਹੈ ਤਾਂ ਉਹ ਐਸਸੀ ਸਰਟੀਫਿਕੇਟ ਲਗਾ ਕੇ ਐਮਐਲਏ ਬਣੇ, ਐਸਸੀ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲੈ ਕੇ ਬਣੇ ਨੇ। ਪਹਿਲੀ ਗੱਲ ਤਾਂ ਉਹ ਐਸਸੀ ਜਿਹੜਾ ਆ ਵੀ ਉਹਦੇ ਤੇ ਵੀ ਇੱਕ ਕੰਡੀਸ਼ਨ ਹੋਣੀ ਚਾਹੀਦੀ ਆਰਥਿਕਤਾ ਦੇ ਆਧਾਰ ਤੇ ਕਿ ਉਹ ਜਦੋਂ ਕਰੋੜਾਪਤੀ ਬਣ ਗਿਆ ਉਹ ਐਸਸੀ ਕਾਹਦਾ ਰਹਿ ਗਿਆ। ਪਹਿਲੀ ਗੱਲ ਇਹ ਹੈ। ਦੂਜੀ ਗੱਲ ਇਹ ਹੈ ਵੀ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਵੀ ਇਹ ਰਾਜਿਆਂ ਮਹਾਰਾਜਿਆਂ ਵਾਂਗ ਰਹਿ ਰਿਹਾ। ਇਹਨੂੰ ਪਤਾ ਹੀ ਨਹੀਂ ਬਿਜਲੀ ਦਾ ਕੱਟ ਕੀ ਹੁੰਦਾ, ਇਹਨੂੰ ਪਤਾ ਹੀ ਨਹੀਂ ਕਿ ਘਰ ਦੇ ਵਿੱਚ ਗਰੀਬੀ ਕੀ ਹੁੰਦੀ ਆ, ਇਹਨੂੰ ਪਤਾ ਹੀ ਨਹੀਂ ਹੈ ਕਿ ਲੋੜਾਂ ਕੀ ਹੁੰਦੀਆਂ, ਇਹਨੂੰ ਪਤਾ ਹੀ ਨਹੀਂ ਹੈ ਕਿ ਜੁੱਤੀ ਟੁੱਟੀ ਗਠਾਉਣੀ ਕਿੱਦਾਂ ਹੁੰਦੀ ਆ। ਵੈਸੇ ਤਾਂ ਅਸੀਂ ਇਹ ਚਾਹੁੰਦੇ ਕਿ ਸਾਰਿਆਂ ਦੇ ਹਾਲਾਤ ਚੰਗੇ ਹੋਣ, ਚੰਗੀ ਗੱਲ ਹੈ, ਪਰ ਇਹ ਲੋਕ ਜੇ ਇਦਾਂ ਦੇ ਰਾਜਿਆਂ ਵਰਗੇ ਲੋਕਾਂ ਨੂੰ ਐਮਐਲਏ ਐਮਪੀ ਬਣਾਉਣਗੇ ਤਾਂ ਉਸ ਆਮ ਲੋਕਾਂ ਲਈ ਕਿੱਥੇ ਸੋਚਣਗੇ। ਕੀ ਕਹਿਣਾ ਚਾਹੋਗੇ ਕਿ ਲੋਕ ਵੋਟ ਪਾਉਣ ਦੇ ਵੇਲੇ ਇਹ ਦੇਖਣ ਕਿ ਜਿੱਥੇ ਸਾਡਾ ਬੱਚਾ ਪੜ੍ਹਦਾ ਕੀ ਉਸ ਕੈਂਡੀਡੇਟ ਦਾ ਬੱਚਾ ਸਾਡੇ ਬੱਚੇ ਦੇ ਨਾਲ ਪੜ੍ਹਦਾ, ਜਿੱਥੇ ਸਾਡਾ ਬਜ਼ੁਰਗ ਸਰਕਾਰੀ ਹਸਪਤਾਲ ਦੇ ਵਿੱਚ ਦਵਾਈ ਲੈਣ ਗਿਆ ਕੀ ਉਹ ਉਮੀਦਵਾਰ ਜਿਹੜਾ ਐਸਸੀ ਸਰਟੀਫਿਕੇਟ ਲਗਾ ਕੇ ਪਹਿਲਾਂ ਵੀ ਐਮਐਲਏ ਰਿਹਾ, ਪਹਿਲਾਂ ਵੀ ਐਮਪੀ ਰਿਹਾ, ਉਹਦਾ ਬਾਪੂ ਵੀ ਉਸੇ ਹਸਪਤਾਲ ਦੇ ਵਿੱਚੋਂ ਦਵਾਈ ਲੈਣ ਜਾਂਦਾ। ਪੁੱਛਿਓ ਕਿ ਜਿੱਥੇ ਸਾਡੇ ਬੱਚੇ ਜਿਹੜੇ ਪੜ੍ਹਦੇ ਨੇ ਉਹ ਸਰਕਾਰੀ ਸਕੂਲਾਂ 'ਚ ਵਿਚਾਰੇ ਧੱਕੇ ਖਾਂਦੇ ਨੇ, ਇਹਨਾਂ ਦੇ ਬੱਚੇ ਅਮਰੀਕਾ ਜਾ ਕੇ ਪੜ੍ਹਦੇ ਨੇ, ਆਸਟ੍ਰੇਲੀਆ ਜਾ ਕੇ ਪੜ੍ਹਦੇ ਨੇ। ਕੀ ਕਹਿਣਾ ਚਾਹੋਗੇ ਲੋਕਾਂ ਨੂੰ ਗਾਈਡ ਕਰਨ ਦੇ ਵਾਸਤੇ? ਗੁੜਾ ਸਾਹਿਬ, ਜਿਹੜੇ ਐਮਪੀ ਐਮਐਲਏ ਦੀ ਆਪਾਂ ਕਿਸੇ ਬੱਚਿਆਂ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਦੇ ਪੇਰੈਂਟਸ ਜਾਂ ਮਾਂ ਪਿਓ ਜਾਂ ਉਹਨਾਂ ਦੇ ਖੁਦ ਦੀ ਕਿਸੇ ਸਰਕਾਰੀ ਹਸਪੀਟਲਾਂ ਦੀ ਆਪਾਂ ਗੱਲ ਕਰਦੇ ਹਾਂ, ਸਰ ਇਹ ਤਾਂ ਸਾਡੇ ਖਰਚੇ ਤੇ ਸਾਡੇ ਲੋਕਾਂ ਦੇ ਖੂਨ ਪਸੀਨੇ ਦਾ ਖਰਚਾ ਕੀਤਾ ਹੋਇਆ। ਕਰੋੜਾਂ ਰੁਪਈਆ ਖਰਚ ਕੇ ਪ੍ਰਾਈਵੇਟ ਜੱਟਾਂ ਦੇ ਵਿੱਚ ਬਾਹਰ ਜਾਂਦੇ ਆ, ਬਾਹਰ ਇਲਾਜ ਕਰਾਉਂਦੇ ਆ ਆਪਣੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਲਈ। ਕੋਈ ਡਲਹੌਜੀ ਆ, ਕੋਈ ਕਿਤੇ ਆ, ਕੋਈ ਕਿਤੇ ਸ਼ਿਮਲੇ ਵਗੈਰਾ, ਠੀਕ ਆ। ਆਪਣੇ ਬੱਚਿਆਂ ਨੂੰ ਤਾਂ ਬਹੁਤ ਵਧੀਆ ਪੜ੍ਹਾਉਂਦੇ ਆ, ਕਿਉਂਕਿ ਇਹਨਾਂ ਦੇ ਲਈ ਆਪਾਂ ਲੋਕ ਸਿਰਫ ਇੱਕ ਵੋਟ ਆ। ਇੱਕ ਵੋਟ ਤੋਂ ਵੱਧ ਆਪਾਂ ਇਹਨਾਂ ਲਈ ਕੁਛ ਨਹੀਂ ਹੈਗੇ। ਆਪਣੇ ਦੁੱਖ ਸੁੱਖ ਦੇ ਵਿੱਚ ਅਗਰ ਤਾਂ ਕੋਈ ਮਰ ਜਾਂਦਾ ਫਿਰ ਤਾਂ ਇਹ ਆ ਕੇ ਖੜ ਜਾਂਦੇ ਆ, ਕੋਈ ਆਣ ਕੇ ਖੜ ਕੇ ਕਹਿ ਦਿੰਦਾ ਆ। ਤੁਸੀਂ ਇਹ ਦੇਖੋ ਕਿ ਜਿਹੜੇ ਹਸਪੀਟਲਾਂ ਦੇ ਵਿੱਚ ਇਲਾਜ ਹੀ ਨਹੀਂ ਗਾ, ਉੱਥੇ ਇਹਨਾਂ ਦੇ ਪੇਰੈਂਟਸ ਆਉਣਾ ਵਿੱਚ ਪਸੰਦ ਨਹੀਂ ਕਰਦੇ ਜਾਂ ਇਹ ਆਪ ਆਉਣਾ ਵੀ ਪਸੰਦ ਨਹੀਂ ਕਰਦੇ। ਹਾਂ, ਲੋਕਾਂ ਦੇ ਵਿੱਚ ਆਪਣਾ ਮੀਡੀਆ ਦੇ ਵਿੱਚ ਆਉਣ ਦੇ ਲਈ ਇਹ ਜ਼ਰੂਰ ਕੁਛ ਕਰ ਦੇਣਗੇ, ਕੁਛ ਆ ਕੇ 2-4-10 ਮਿੰਟ ਖੜ ਜਾਣਗੇ, ਫੋਟੋ ਕਰਾ ਕੇ ਪਾ ਦੇਣਗੇ ਜਾਂ 2-4 ਸ਼ਬਦ ਇੱਦਾਂ ਦੇ ਬੋਲ ਜਾਣਗੇ ਜਿਹੜੇ ਕੋਸਾਂ ਦੂਰ ਹੁੰਦੇ ਆ ਇਹਨਾਂ ਦੀ ਸੱਚਾਈ ਤੋਂ। ਕਿਉਂਕਿ ਸੱਚਾਈ ਜਿਹੜੀ ਇਹਨਾਂ ਦੀ ਹੋ ਰਿਹਾ ਤੇ ਇਹ ਦਿਖਦੇ ਅੰਦਰੋਂ ਹੋ ਰਿਹਾ, ਕਿਉਂਕਿ ਇਹ ਖਾਣ ਔਰ ਖਿਲਾਉਣ ਲਈ ਨਹੀਂ ਬੈਠੇ, ਖਾਣ ਲਈ ਬੈਠੇ ਆ। ਕਿਉਂਕਿ ਇਹਨਾਂ ਨੂੰ ਜਿਹੜੀਆਂ ਵੀ ਜਿੱਦਾਂ ਵਿਧਾਇਕ ਆ, ਉਹ ਵਿਧਾਇਕ ਨੂੰ ਜਿਹੜੀਆਂ ਪੈਨਸ਼ਨਾਂ ਮਿਲਦੀਆਂ ਉਹ ਆਮ ਪਬਲਿਕ ਦੇ ਸਿਰ ਤੋਂ ਮਿਲਦੀਆਂ, ਆਮ ਪਬਲਿਕ ਦੀ ਮਿਹਨਤ ਦੇ ਪੈਸੇ ਨਾਲ ਮਿਲਦੀਆਂ। ਕੋਈ ਗੌਰਮੈਂਟ ਵੀ ਕੋਈ ਆਪਣੀਆਂ ਫੈਕਟਰੀਆਂ ਚਲਾ ਕੇ ਇਹਨਾਂ ਨੂੰ ਜਾਂ ਕੋਈ ਗੌਰਮੈਂਟ ਦੇ ਜਿੰਨੇ ਵੀ ਐਮਪੀ ਐਮਐਲਏ ਜਾਂ ਉਤਲੇ ਜੋ ਵੀ ਸਾਡੇ ਚੀਫ ਮਿਨਿਸਟਰ ਆ ਜਾਂ ਪੀਐਮ ਆ, ਪ੍ਰਧਾਨ ਮੰਤਰੀ ਸਾਹਿਬ ਆ ਜਾਂ ਕੋਈ ਰਾਸ਼ਟਰਪਤੀ ਸਾਹਿਬ ਆ, ਉਹ ਪੈਨਸ਼ਨਾਂ ਤੋਂ ਹੀ ਜਿਹੜੀਆਂ ਪੈਨਸ਼ਨਾਂ ਲੈਂਦੇ ਉਹ ਲੋਕਾਂ ਦੇ ਪੈਸੇ ਤੋਂ ਲੈਂਦੇ ਆ, ਕੋਈ ਪਰਸਨਲ ਤਾਂ ਕਰਦੇ ਨਹੀਂ। ਔਰ ਉਹ ਲੋਕਾਂ ਦਾ ਹੀ ਕੰਮ ਨਹੀਂ ਕਰਦੇ,
ਲੋਕਾਂ ਦਾ ਕੰਮ, ਕਿਉਂਕਿ ਜਿਹਦਾ ਤਾਂ ਹੁੰਦਾ ਕਹਿੰਦੇ ਜੁੱਤੀ ਭਾਰੀ ਆ ਉਹਦਾ ਕੰਮ ਕਰ ਦਿੰਦੇ ਆ, ਜਿਹਦੇ ਕੋਲ ਪੈਸਾ ਲੈਣਾ ਜਾਂ ਪੈਸਾ ਦੇਣਾ ਜਾਂ ਜਿਹਦੇ ਹਿੱਸੇਦਾਰੀ ਆ ਜਿਹਦੇ ਵਿੱਚ, ਉਹਦਾ ਤਾਂ ਕੰਮ ਉਹ ਕਰਦੇ ਰਾਤ ਨੂੰ ਵੀ ਉੱਠ ਕੇ। ਤਾਂ ਤੁਸੀਂ ਦਿਨ ਨੂੰ ਵੀ ਚੱਲ ਜਾਓ ਤਾਂ ਇਹਨਾਂ ਦੀਆਂ ਮਿਹਨਤਾਂ ਕਰਦੇ ਰਹੋਗੇ, ਇਹ ਤੁਹਾਡੇ ਬੰਦੇ ਕੰਮ ਨਹੀਂ ਕਰਨਗੇ ਉੱਠ ਕੇ। ਇਹਨਾਂ ਨੂੰ ਅਸੀਂ ਆਪਣੇ ਲੋਕਲ MP MLA ਸਾਹਿਬ ਨੂੰ ਵੀ ਪੁੱਛਦੇ ਹਾਂ ਕਿ ਬੜੇ ਪਿੰਡ ਦੇ ਵਿੱਚ ਅਸੀਂ ਰਿਕੁਐਸਟ ਵੀ ਕਰ ਚੁੱਕੇ ਹਾਂ। ਬੜੇ ਪਿੰਡ ਦੇ ਵਿੱਚ ਅੱਗੇ ਵੀ ਅਸੀਂ 5-6 ਸਾਲ ਡਾਕਟਰ BR ਅੰਬੇਦਕਰ ਨੌਜਵਾਨ ਸਭਾ ਵੱਲੋਂ ਅਸੀਂ ਆਪਣੇ ਤੌਰ ਤੇ ਆਪਣੇ ਜਿਹੜੇ ਸਟੂਡੈਂਟਾਂ ਦੀ ਪੜ੍ਹਾਈ ਨਾ ਖਰਾਬ ਹੋਵੇ, ਅਸੀਂ ਟੀਚਰ ਪ੍ਰੋਵਾਈਡ ਕੀਤਾ ਸੀ। ਅਸੀਂ ਉਦੋਂ ਵੀ ਬੇਨਤੀ ਕੀਤੀ ਸੀ, ਉਦੋਂ ਸਾਡੇ ਸਰਪੰਚ ਸਾਹਿਬ ਵੀ ਜਿਹੜੇ ਕਾਂਗਰਸੀ ਸੀ, ਅਸੀਂ ਉਦੋਂ ਵੀ ਬੇਨਤੀ ਕੀਤੀ ਸੀ ਕਿ ਸਾਡੇ ਬੱਚਿਆਂ ਨੂੰ, ਸਟੂਡੈਂਟਾਂ ਨੂੰ, ਸਾਡੇ ਬੱਚਿਆਂ ਦੇ ਲਈ ਇੱਕ ਵਧੀਆ ਟੀਚਰ ਅਵੇਲੇਬਲ ਕੀਤਾ ਜਾਵੇ, ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ। ਉਸ ਤੋਂ ਬਾਅਦ ਹੁਣ ਵੀ ਸਾਡੇ ਬੱਚਿਆਂ ਨੂੰ ਉਸ ਟੀਚਰ ਦੀ ਫੇਲ ਲੋੜ ਆ। ਉੱਥੇ ਉਹ ਟੀਚਰ ਜਿਹੜੀ ਪਹਿਲਾਂ ਅਸੀਂ ਰੱਖੀ ਸੀ, ਆਪਣੇ ਪਿੰਡ ਦੀ ਗੁੱਡੀ ਰੱਖੀ ਸੀ, ਉਹ ਵਿਆਹੀ ਗਈ ਅਤੇ ਹੁਣ ਬੱਚਿਆਂ ਨੂੰ ਫੇਲ ਲੋੜ ਆ। ਸਾਡੇ ਹੱਕ ਆ, ਜਿਹੜੇ ਸਾਡੇ ਮਤਲਬ ਹਿੱਸੇਦਾਰੀਆਂ ਆ, ਉਹ ਕਿੱਥੇ ਗਈਆਂ? ਅਸੀਂ ਆਪਣੇ ਵਿਧਾਇਕਾਂ ਨੂੰ ਪੁੱਛਾਂਗੇ ਵੀ ਕਿੱਥੇ ਗਈਆਂ ਸਾਡੀਆਂ ਹਿੱਸੇਦਾਰੀਆਂ। ਜੇ 800 ਸਕੂਲ ਬੰਦ ਕਰਾਤਾ, ਐਲੀਮੈਂਟਰੀ ਸਕੂਲ 800 ਤੋਂ ਬੰਦ ਕਰਾਤਾ, ਉਹ ਜੇ ਸਕੂਲ ਬੰਦ ਕਰਾਇਆ ਉਹ ਸਟਾਫ ਹੀ ਪੂਰਾ ਕਰ ਦਿਓ। ਬਾਕੀ ਸਕੂਲਾਂ 'ਚ ਤਾਂ ਸਟਾਫ ਪੂਰਾ ਕਰੋ, ਤਾਂ ਕਿ ਬੱਚਾ ਜੇ ਜਾਂਦਾ ਆ ਘਰੋਂ, ਪੇਰੈਂਟਸ ਵਿਸ਼ਵਾਸ ਕਰਦੇ ਆ ਗੌਰਮੈਂਟ 'ਤੇ ਕਿ ਸਾਡਾ ਬੱਚਾ ਪੜ੍ਹਨ ਗਿਆ, ਤਾਂ ਸਾਡੇ ਬੱਚੇ ਸਾਡੇ ਉੱਥੇ ਪੜ੍ਹਦੇ ਨਹੀਂ ਜਾ ਕੇ। ਸਾਡੇ ਬੱਚਿਆਂ ਨੂੰ ਕੋਈ ਉੱਥੇ ਟੀਚਰ ਹੋਣਗੇ ਤਾਂ ਪੜ੍ਹਾਈ ਵਧੀਆ ਹੋਏਗੀ। ਜਦੋਂ ਉਹਨਾਂ ਨੂੰ ਪਤਾ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਨਹੀਂ ਹੋਣੀ, ਇਸ ਕਰਕੇ ਉਹ ਸਾਨੂੰ ਸਾਡੇ ਲੋਕਾਂ ਨੂੰ ਜਾਂ ਅਨਪੜ੍ਹ ਰੱਖਦੇ ਆ ਕਿ ਆਪਣਾ ਹੱਕ ਨਾ ਮੰਗਣੇ, ਆਪਣਾ ਅਧਿਕਾਰ ਨਾ ਮੰਗਣ। ਕਿਉਂਕਿ ਜਦੋਂ ਅਧਿਕਾਰ ਤੋਂ ਜੋ ਬੰਦਾ ਜਾਣੂ ਹੋ ਜਾਂਦਾ ਤੇ ਉਹ ਅਧਿਕਾਰ ਜਿਹੜਾ ਹੈ ਉਹ ਮੰਗਦਾ ਆ। ਜਿੱਦਾਂ ਬਾਬਾ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਪੜ੍ਹਾਈ ਉਹ ਸ਼ੇਰਨੀ ਦਾ ਦੁੱਧ ਹੈ, ਜਿਹੜਾ ਪੀਊਗਾ ਦਹਾੜੂਗਾ। ਅਤੇ ਇਹ ਨਹੀਂ ਚਾਹੁੰਦੇ ਕਿ ਬਾਬਾ ਸਾਹਿਬ ਦੇ ਸ਼ੇਰ ਬਣਨ, ਅਤੇ ਇਹ ਇਸ ਕਰਕੇ ਉਹਨਾਂ ਨੂੰ ਅਨਪੜ੍ਹ ਰੱਖਣਾ ਚਾਹੁੰਦੇ ਆ। ਅਤੇ ਇਸ ਕਰਕੇ ਇਹ ਆਪਣੇ ਜੋ ਵੀ ਆ ਇੱਕ ਦੂਸਰੇ ਨਾਲ, ਜਿੰਨੇ ਜੋ ਵੀ ਸਾਰੇ ਪੋਲੀਟੀਕਲ ਲੋਕ ਆ, ਇਹ ਸਾਰੇ ਮਾਮੇ ਭੂਆ ਦੇ ਪੁੱਤ ਆ। ਸਾਰਿਆਂ ਨੇ ਇੱਕ ਦੂਜੇ ਨੇ ਕੁੜੀਆਂ ਵਿਆਹੀਆਂ, ਕਿਸੇ ਨੇ ਮੁੰਡੇ ਵਿਆਹੇ, ਉੱਤੋਂ ਇੱਕ ਆ। ਸਾਡੇ ਲੋਕਾਂ ਲਈ ਇਹ ਬਹੁਤ ਕੁਛ ਦਿਖਾਉਂਦੇ ਆ, ਬਹੁਤ ਕੁਛ ਲੜਾਈਆਂ ਕਰਾਉਂਦੇ ਆ। ਸਾਡੇ ਲੋਕਾਂ 'ਚ ਕਤਲ ਹੋ ਜਾਂਦੇ ਆ, ਲੜਾਈਆਂ ਹੋ ਜਾਂਦੀਆਂ ਪਿੰਡਾਂ ਦੇ ਵਿੱਚ। ਅੱਧੀਆਂ ਚੀਜ਼ਾਂ ਜਿਹੜੀਆਂ ਲੜਾਈਆਂ ਉਹ ਇੱਦਾਂ ਦੀਆਂ ਗੱਲਾਂ ਕਰਕੇ ਆ, ਇਹਨਾਂ ਲੀਡਰਾਂ ਨੇ ਪਾਈਆਂ ਹੋਈਆਂ, ਇਹਨਾਂ ਲੀਡਰਾਂ ਕਰਕੇ ਆ। ਨਹੀਂ ਤਾਂ ਪਿੰਡਾਂ ਦੇ ਵਿੱਚ ਕਾਹਦੀ ਲੜਾਈ ਆ? ਹਰੇਕ ਨੂੰ ਕਿਸੇ ਨੇ ਸਤਿ ਸ੍ਰੀ ਅਕਾਲ, ਤਾਇਆ ਜੀ ਜਾਂ ਕੋਈ ਵੀ ਰਿਸ਼ਤੇਦਾਰੀ ਆ ਤਾਂ ਸਤਿ ਸ੍ਰੀ ਅਕਾਲ ਕਹਿ ਕੇ ਬੁਲਾਉਣਾ, ਅਗਲਾ ਵੀ ਇੱਜ਼ਤ ਨਾਲ ਬੋਲਦਾ ਤਾਂ ਤੁਸੀਂ ਵੀ ਬੁਲਾਉਂਦੇ ਆ। ਅਤੇ ਇਹ ਲੜਾਈਆਂ ਜਿਹੜੀਆਂ ਇਹਨਾਂ ਦੀਆਂ ਪਾਈਆਂ ਹੋਈਆਂ ਲੜਾਈਆਂ, ਇਸ ਕਰਕੇ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਕਿ ਅਸੀਂ ਇਸ ਚੀਜ਼ ਤੋਂ ਪਰੇ ਹੋ ਕੇ ਅਸੀਂ ਆਪਣੇ ਹੱਕ ਮੰਗਣੇ ਆ। ਸਾਨੂੰ ਹੱਕ ਚਾਹੀਦੇ ਆ। ਸਾਨੂੰ ਆਹ ਭੀਖ ਨਹੀਂ ਚਾਹੀਦੀ ਕਿ ਤੁਸੀਂ ਦਾਲ ਦੇਤੀ, ਸਾਨੂੰ ਆਟਾ ਦੇਤਾ, ਸਾਨੂੰ ਲੂਣ ਦੇਤਾ, ਸਾਨੂੰ ਕੁਛ ਦੇਤਾ। ਇਹ ਸਾਨੂੰ ਭੀਖ ਨਹੀਂ ਚਾਹੀਦੀ। ਸਾਨੂੰ ਕੰਮ ਦਿਓ, ਅਸੀਂ ਕੰਮ ਕਰਕੇ ਅਸੀਂ ਕਮਾ ਕੇ ਆਪਣੇ ਬੱਚੇ ਪਾਲ ਸਕਦੇ ਹਾਂ। ਸਾਨੂੰ ਕਮਾਈ ਦਿੱਤੀ ਜਾਵੇ। ਇੱਕ ਤੁਸੀਂ ਗੱਲ ਕੀਤੀ ਸੀ ਕਿ ਜਦੋਂ ਕਿਸੇ ਦੇ ਘਰ ਦੇ ਵਿੱਚ ਕੋਈ ਬਜ਼ੁਰਗ ਦੀ ਡੈਥ ਹੋ ਜਾਂਦੀ ਤਾਂ ਉੱਥੇ ਇਹ ਸੋਹਲੇ ਤੇ ਭੋਗ ਤੇ ਇੱਕ ਲੋਕਾਂ ਦੇ ਲਈ ਚਰਚਾ ਬਣਨ ਦੇ ਵਾਸਤੇ ਤਾਂ ਆ ਜਾਂਦੇ ਨੇ। ਲੋਕ ਵੀ ਉਦਾਂ ਦੇ ਨੇ। ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਦੋਂ ਤੋਂ ਉਹੀ ਬਜ਼ੁਰਗ ਤੁਹਾਡਾ ਕੈਂਸਰ ਦਾ ਪੀੜਤ ਹਸਪਤਾਲ ਦੇ ਵਿੱਚ ਜਦੋਂ ਹੁੰਦਾ, ਉੱਥੇ ਕਿਉਂ ਨਹੀਂ ਟੈਲੀਫੋਨ ਕਰਕੇ ਕਹਿੰਦੇ ਵਿਧਾਇਕ ਸਾਹਿਬ ਕਿ 1.5 ਲੱਖ ਰੁਪਈਆ ਹਸਪਤਾਲ ਵਾਲੇ ਮੰਗ ਰਹੇ ਨੇ? ਉਦੋਂ ਕਿਉਂ ਨਹੀਂ ਕਹਿੰਦੇ ਕਿ ਜਦੋਂ ਸਕੂਲ ਦੇ ਵਿੱਚ ਮੋਟੀ ਫੀਸ ਅਧਿਆਪਕ ਮੰਗਦੇ ਹੁੰਦੇ ਆ, ਜਦੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਪੈਸੇ ਵੀ ਜਿਹੜੇ ਸਾਨੂੰ ਮਾਫ ਹੈਗੇ ਨੇ ਸਰਕਾਰ ਦੇ ਵੱਲੋਂ, ਉਹ ਵੀ ਜਦੋਂ ਕਾਲਜਾਂ ਵਾਲੇ ਮੰਗਦੇ, ਉਦੋਂ ਆਪਣੇ ਵਿਧਾਇਕ ਨੂੰ ਫੋਨ ਕਿਉਂ ਨਹੀਂ ਕਰਦੇ? ਵੱਡੀਆਂ ਫੋਟੋਆਂ ਆਪਣੇ ਘਰਾਂ ਦੇ ਵਿੱਚ ਲਾਈਆਂ ਹੁੰਦੀਆਂ। ਮੈਂ ਤਾਂ ਕਹਿੰਦਾ ਲੋਕਾਂ ਦਾ ਵੀ ਕਸੂਰ ਆ। ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ? ਸਰ, ਲੋਕਾਂ ਦਾ ਕਸੂਰ ਇਹ ਆ ਕਿ ਜਿਹੜੇ ਗਰੀਬੀ ਰੇਖਾ 'ਚ ਲੋਕ ਆ, ਉਹਨਾਂ ਕੋਲ ਕੋਈ ਆਪਸ਼ਨ ਨਹੀਂ ਰਹਿੰਦਾ, ਕਿਉਂਕਿ ਉਹਨਾਂ ਨੇ ਕਿਸੇ ਨਾ ਕਿਸੇ ਭੈਣ ਭਰਾ ਤੋਂ, ਕਿਸੇ ਪਿੰਡ ਦੇ ਸ਼ਾਹੂਕਾਰ ਤੋਂ, ਕਿਸੇ ਅਮੀਰ ਤੋਂ, ਕਿਸੇ ਮਤਲਬ ਕੋਈ ਨਾ ਕੋਈ ਉਹਨਾਂ ਤੋਂ ਹੈਲਪ ਲਈ ਹੁੰਦੀ ਆ। ਉਹ ਹੈਲਪ ਦੇ ਵਿੱਚ ਹੀ ਆਪਣਾ ਸਾਰੀ ਜ਼ਿੰਦਗੀ ਉਹਨਾਂ ਨੂੰ ਬਰਬਾਦ ਕਰ ਦਿੰਦੇ ਆ। ਆਪਣੀ ਹੈਲਪ ਦੇ ਵਿੱਚ ਹੀ ਆਪਣੀ ਜ਼ਿੰਦਗੀ ਉਹਨਾਂ ਦੇ ਅੱਗੇ ਲਾਉਂਦੇ ਆ। ਜਦ ਕਿ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਹੈਲਪ ਚਾਹੇ ਭੁੱਖੇ ਰਹਿ ਲਈਏ, ਚਾਹੇ ਥਿਆਏ ਰਹਿ ਲਈਏ, ਅਸੀਂ ਹੈਲਪ ਨਾ ਲਈਏ ਇੱਦਾਂ ਦੀ। ਜੇ ਸਾਨੂੰ ਸਾਡੀ ਵੋਟ ਹੀ, ਬਾਬਾ ਸਾਹਿਬ ਨੇ ਕਿਹਾ ਮਤਦਾਨ, ਮਤ ਦਾ ਦਾਨ ਸੀ ਕਿ ਸਾਡੀ ਅਕਲ, ਸਾਡੀ ਜਿਹੜੀ ਅਕਲ ਆ, ਸਾਡੀ ਸੋਚ ਆ, ਅਸੀਂ ਉਹਦੇ ਨਾਲ ਮਤਦਾਨ ਕਰਨਾ ਆ। ਮਤ ਦਾ ਮਤਲਬ ਆਪਣੀ ਸੋਚ ਸਮਝ ਕੇ ਅਸੀਂ ਵੋਟ ਪਾਉਣੀ ਆ। ਇਸ ਕਰਕੇ ਸਾਡੇ ਲੋਕਾਂ ਦੇ ਵਿੱਚ ਹਾਲੇ ਕੁਆਲਿਟੀ ਪੈਦਾ ਨਹੀਂ ਹੋਈ ਕਿ ਉਹ ਇੰਨੀ ਸੋਚ ਸਕਣ ਕਿ ਇਹ ਸਾਡੀ ਵੋਟ ਜਿਹੜੀ ਹੈ ਵੋਟ ਨਹੀਂ ਹੈਗੀ, ਇੱਕ ਪੇਪਰ ਨਹੀਂ ਹੈਗਾ, ਇਹ ਮੱਤ ਆ ਸਾਡੀ। ਇਹ ਸਾਡੀ ਸੋਚ ਆ ਕਿ ਅਸੀਂ ਕਿਹੜੇ ਬੰਦੇ ਨੂੰ ਅੱਗੇ ਲਿਜਾਣਾ, ਕਿਹੜਾ ਬੰਦਾ ਸਾਡੇ ਲਈ ਸਹੀ ਹੈ, ਕਿਹੜਾ ਗਲਤ ਆ। ਅਤੇ ਦੂਸਰੀ ਗੱਲ ਰਹੀ ਜਿਹੜੇ ਵਿਧਾਇਕ ਆ ਜਾਂ ਕੋਈ ਵੀ MLA MP ਆ, ਉਹ ਆਉਂਦੇ ਆ ਉਦੋਂ ਤਾਂ ਆ ਕੇ ਲੋਕਾਂ ਨੇ ਸੱਦੇ ਹੋਏ ਤੇ ਆ ਜਾਂਦੇ ਆ। ਔਰ ਲੋਕਾਂ ਨੂੰ ਵੀ ਇਹ ਚਾਹੀਦਾ ਕਿ ਉਹਨਾਂ ਨੂੰ ਉਦੋਂ ਬੁਲਾਉਣਾ ਬੰਦ ਕਰੋ, ਉਹਨਾਂ ਦਾ ਬਾਈਕਾਟ ਕਰੋ। ਜਦੋਂ ਉਹ ਤੁਹਾਡੇ ਦੂਸਰੇ ਕੰਮਾਂ 'ਚ ਨਹੀਂ ਆ ਸਕਦੇ, ਖੁਸ਼ੀ ਦੇ ਵਿੱਚ ਨਹੀਂ ਆ ਸਕਦੇ, ਤਾਂ ਤੁਹਾਡੇ ਮਰਨ ਦੇ ਵਿੱਚ ਉਹ ਕਿਹੜਾ ਆ ਕੇ ਤੁਹਾਨੂੰ ਕੋਈ ਅਲੱਗ ਤੋਂ ਕੋਈ ਚੀਜ਼ ਦੇ ਚੱਲੇ ਆ।
ਤਾਂ ਜਿਵੇਂ ਮੈਂ ਗੱਲ ਕੀਤੀ ਸੀ ਕਿ ਬੁੜਾ ਮਰੇ ਤਾਂ ਨਾ ਸੱਦੋ, ਬੁੜਾ ਜਦੋਂ ਹਸਪਤਾਲ 'ਚ ਦਾਖਲ ਹੁੰਦਾ ਉਦੋਂ ਸੱਦੋ। ਬਿਲਕੁਲ ਜੀ, ਉਦੋਂ ਸੱਦਣਾ ਚਾਹੀਦਾ, ਕਿਉਂਕਿ ਇਹਨਾਂ ਦੇ ਤਾਂ ਇਲਾਜ ਇਹ ਸਾਡੇ ਪੈਸਿਆਂ ਨਾਲ, ਇਹਨਾਂ ਦੇ ਤਾਂ ਇਲਾਜ ਮੋਟੇ ਹਸਪਤਾਲਾਂ 'ਚ ਹੁੰਦੇ ਆ, ਫ੍ਰੀ ਹੁੰਦੇ ਆ। ਇਹਨਾਂ ਨੂੰ ਤਾਂ ਗੱਡੀਆਂ ਵੀ ਫ੍ਰੀ ਲੈ ਕੇ ਜਾਂਦੇ। ਹੁਣੇ ਹੀ ਆਪਾਂ ਗੱਲ ਕਰਦੇ ਸੀਗੇ ਵਿਧਾਇਕ ਹੋਣਾ ਦੀ ਕਿ 74-75 ਹਜ਼ਾਰ ਰੁਪਈਆ ਸੈਲਰੀ ਆ, ਮਤਲਬ ਪੈਨਸ਼ਨ ਆ, ਲੱਖ ਸਵਾ ਲੱਖ ਸੈਲਰੀ ਆ। ਪਰ ਜੇ ਉਹ 5 ਵਾਰੀ ਵਿਧਾਇਕ ਬਣੇ ਤਾਂ 5 ਪੈਨਸ਼ਨਾਂ। ਬਸ ਇਹੀ ਤਾਂ ਗੱਲ ਆ ਜੀ, ਜੇ ਜਦੋਂ 60 ਸਾਲ ਤੱਕ EMPLOYEES ਜੌਬ ਕਰਦਾ ਉਹਨੂੰ ਇੱਕ ਪੈਨਸ਼ਨ ਮਿਲਦੀ ਹੈ ਤਾਂ ਇਹਨਾਂ ਨੂੰ 5 ਕਾਹਦੀਆਂ? ਉਹ ਵੀ 5 ਸਾਲ ਦੇ ਵਿੱਚ ਇਹਨਾਂ ਨੂੰ 75 ਹਜ਼ਾਰ ਰੁਪਈਆ ਸੈਲਰੀ ਮਿਲ ਜਾਂਦੀ। 5 ਸਾਲ ਨਾਲੇ ਮੌਜਾਂ ਮਾਣੀਆਂ ਹੁੰਦੀਆਂ ਪੈਨਸ਼ਨ ਤੇ। ਇਹਨਾਂ ਨੇ ਪੈਸਾ ਖਰਚਿਆ ਨਹੀਂ ਹੁੰਦਾ, ਕੋਈ ਵੀ ਰੁਪਈਆ ਖਾਦਾ ਨਹੀਂ ਹੁੰਦਾ, ਕਮਾਇਆ ਨਹੀਂ ਹੁੰਦਾ, ਇਹਨੇ ਉਲਟੇ ਕਮਾਉਣੇ ਆ ਪੈਸੇ, ਖਰਚਾ ਕੋਈ ਨਹੀਂ ਜੇਬੋਂ। ਹੁਣ ਜਿਹੜੀ ਫੋਨ ਦੀ 3 ਮਹੀਨੇ ਦੀ ਵੈਲਿਡਿਟੀ 600 ਰੁਪਏ 'ਚ ਆ ਤਾਂ ਇਹਨਾਂ ਨੂੰ 3000 ਰੁਪਈਆ ਵੈਲਿਡਿਟੀ ਦਾ ਕਿਉਂ ਦਿੱਤਾ ਜਾਂਦਾ? ਇਹ ਗੌਰਮੈਂਟ, ਇਹ ਜੋ ਉੱਤੇ ਬੈਠੇ ਅਫਸਰ ਆ, ਇਹ ਸਾਰੇ ਰਲੀ ਮਿਲੀ ਭੁਗਤ ਦੇ ਨਾਲ ਹੀ ਲੋਕਾਂ ਨੂੰ ਖਾਂਦੇ ਆ। ਇਹ ਲੋਕਾਂ ਦੇ ਕੰਮਾਂ ਨੂੰ, ਲੋਕਾਂ ਨੂੰ ਲੜਾ ਕੇ ਤਾਂ ਆਪਣੇ ਕੰਮਾਂ ਨੂੰ ਇਹ ਸਹੀ ਕਰਦੇ ਆ। ਕਿਉਂਕਿ ਜੀ ਆਖਰ ਤੇ ਤੁਸੀਂ ਕੀ ਕਹਿਣਾ ਚਾਹੋਗੇ, ਜਿਵੇਂ 2022 ਵਿਧਾਨ ਸਭਾ ਚੋਣਾਂ ਬਿਲਕੁਲ ਸਿਰ ਤੇ ਨੇ, ਬਿਲਕੁਲ ਨੇੜੇ ਨੇ, ਕੀ ਕਹਿਣਾ ਚਾਹੋਗੇ ਵੋਟ ਪਾਉਣ ਵਾਲੇ ਵੇਲੇ ਕੀ ਦਿਮਾਗ ਦੇ ਵਿੱਚ ਰੱਖਣ ਵੀ ਮੈਂ ਕਿੱਦਾਂ ਦੇ ਬੰਦੇ ਨੂੰ ਵੋਟ ਪਾਉਣੀ ਆ? ਗੁੜਾ ਸਾਹਿਬ ਦੇਖੋ, 2022 'ਚ ਇਲੈਕਸ਼ਨ ਆ ਤੇ ਅਸੀਂ ਤਾਂ ਇਸ ਮਤਲਬ ਇਲੈਕਸ਼ਨ ਦੇ ਵਿੱਚ ਜਿਹੜਾ ਕੈਂਡੀਡੇਟ ਵਧੀਆ ਹੋਊਗਾ, ਜਿਹੜਾ ਕੈਂਡੀਡੇਟ ਸਾਨੂੰ ਲੱਗੂਗਾ ਕਿ ਅੱਗੇ ਜਾ ਕੇ ਕੁਝ ਕਰ ਸਕਦਾ, ਅਸੀਂ ਉਹਨਾਂ ਅੱਗੇ ਮੰਗ ਰੱਖਾਂਗੇ। ਜਿਹੜਾ ਕੈਂਡੀਡੇਟ ਸਾਨੂੰ ਚੰਗਾ ਲੱਗੂਗਾ, ਅਸੀਂ ਲੋਕਾਂ ਦੇ ਅੱਗੇ ਵੀ ਬੇਨਤੀ ਕਰਦੇ ਹਾਂ ਕਿ ਉਸ ਕੈਂਡੀਡੇਟ ਦੇ ਮੂਹਰੇ ਮੰਗ ਰੱਖੋ ਕਿ ਸਾਨੂੰ ਆਹ ਚੀਜ਼ਾਂ ਚਾਹੀਦੀਆਂ। ਜਿੱਦਾਂ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਕਸਮ ਖਾਧੀ ਸੀ ਕਿ ਮੈਂ 2 ਕਰੋੜ ਬੱਚਿਆਂ ਨੂੰ ਜੋਬਾਂ ਦਊਂਗਾ, ਤਾਂ ਆਪਣੇ ਮੁਹੱਲੇ 'ਚ, ਆਪਣੇ ਪਿੰਡ 'ਚ, ਆਪਣੇ ਰਿਸ਼ਤੇਦਾਰੀ 'ਚ ਦੇਖ ਲਓ ਕਿੰਨੇ ਬੱਚੇ ਵਿਹਲੇ ਬੈਠੇ ਆ, ਪੜ੍ਹੇ ਲਿਖੇ ਆ। ਲੱਖਾਂ ਰੁਪਈਆ ਮਾਪਿਆਂ ਨੇ ਆਪਣੀਆਂ ਸਮਾਨ ਘਰੋਂ ਵੇਚ ਕੇ ਵੀ, ਆਪਣੀ ਮਿਹਨਤ ਕਰਕੇ ਵੀ ਲੱਖਾਂ ਰੁਪਈਆ ਲਾਤਾ, ਪਰ ਉਹ ਬੱਚਿਆਂ ਨੂੰ ਜੋਬ ਨਹੀਂ ਮਿਲੀ। ਇਹ 2 ਕਰੋੜ ਜੋਬ ਦਿੱਤੀ ਕਿੱਥੇ ਆ ਇਹਨਾਂ ਨੇ, ਕੈਪਟਨ ਸਾਹਿਬ ਨੇ? ਸਾਨੂੰ ਅੱਜ ਤੱਕ ਇਹ ਨਹੀਂ ਸਮਝ ਆਈ। ਸਾਨੂੰ ਇਹ ਨਹੀਂ ਸਮਝ ਆਈ ਵੀ ਕੈਪਟਨ ਸਾਹਿਬ ਨੇ ਕਿਹੜਾ ਨਸ਼ਾ ਬੰਦ ਕੀਤਾ। ਸਾਨੂੰ ਇਹ ਨਹੀਂ ਸਮਝ ਆਈ ਕਾਂਗਰਸ ਸਰਕਾਰ ਦੇ ਰਾਜ ਦੇ ਵਿੱਚ ਕਿਹੜਾ ਬੰਦਾ ਸੇਫ ਆ। ਅਸੀਂ ਇਕੱਲੇ ਹੀ ਖਬਰ ਦੇ ਸੀਗੇ ਕਿ ਇੱਕ MP ਆਪਣੇ ਕਾਂਗਰਸੀ ਕਿਸੇ ਬੰਦੇ ਨੇ 4 ਲੋਕਾਂ ਦੀ ਹੱਤਿਆ ਕਰ ਦਿੱਤੀ ਗੁਰਦਾਸਪੁਰ ਏਰੀਆ ਦੇ ਵਿੱਚ। ਇਹ ਜਿਹੜੀ ਇਹ ਗੁੰਡਾਗਰਦੀ ਆ, ਇਹ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਆਪਣੀ ਵੋਟ ਨੂੰ ਸੋਚ ਸਮਝ ਕੇ ਦਿਓ, ਕਿਉਂਕਿ ਅਗਰ ਤੁਸੀਂ ਸੋਚ ਸਮਝ ਕੇ ਵੋਟ ਨਹੀਂ ਦਿੰਦੇ ਤਾਂ ਤੁਹਾਡੇ ਨਾਲ ਇਹੀ ਧੱਕੇਸ਼ਾਹੀ ਹੋਣੀ। ਅਗਰ ਸਾਡੇ ਬਜ਼ੁਰਗ ਇਸ ਚੀਜ਼ ਲਈ ਲੜੇ ਹੁੰਦੇ ਤਾਂ ਸ਼ਾਇਦ ਸਾਨੂੰ ਇਹ ਦਿਨ ਦੇਖਣੇ ਨਾ ਪੈਂਦੇ। ਅਗਰ ਅੱਜ ਅਸੀਂ ਵੀ ਇਸ ਚੀਜ਼ ਲਈ ਨਹੀਂ ਲੜਾਂਗੇ ਤਾਂ ਸਾਡੇ ਬੱਚੇ ਵੀ ਇਸੇ ਦਲਦਲ ਦੇ ਵਿੱਚ ਫਸਣਗੇ, ਇਸੇ ਦਲਦਲ ਦੇ ਵਿੱਚ ਫਸ ਕੇ ਆਪਣੀ ਲਾਈਫ ਨੂੰ ਖਰਾਬ ਕਰਨਗੇ। ਹੁਣ ਬਾਹਰ ਨੂੰ ਬੱਚੇ ਕਿਉਂ ਭੱਜਦੇ ਆ? ਕਿਉਂਕਿ ਬਾਹਰ ਬੰਦੇ ਨੂੰ ਬੰਦਾ ਸਮਝਿਆ ਜਾਂਦਾ। ਇੱਕ MP ਆ, MLA ਆ, ਇੱਕ ਮਿਨਿਸਟਰ ਆ, ਇੱਕ ਪ੍ਰਧਾਨ ਮੰਤਰੀ ਆ, ਉਹ ਆਪ ਪੈਦਲ ਤੁਰਿਆ ਫਿਰਦਾ ਔਰ ਕੋਈ ਉਹਦੇ ਨਾਲ ਸਿਕਿਉਰਿਟੀ ਗਾਰਡ ਨਹੀਂ, ਕੋਈ ਉਹਦੇ ਲਈ ਸਰਕਾਰੀ ਗੱਡੀ ਨਹੀਂ, ਕੋਈ ਉਹ ਇਕੱਲਾ ਸਾਈਕਲ ਤੇ ਜਾਂ ਪੈਦਲ ਜਾਂਦਾ। ਤੇ ਇੱਥੇ ਤੇ ਸਾਡੇ ਇੱਕ MP ਬਣ ਜਾਂਦਾ, MLA ਬਣ ਜਾਂਦਾ, ਉਹ 100 ਗਨਮੈਨ, 50 ਗਨਮੈਨ ਲਈ ਫਿਰਦਾ। ਜੇ ਤੁਸੀਂ ਕੰਮੇ ਚੰਗੇ ਕਰਦੇ ਤਾਂ ਤੁਸੀਂ ਭਾਵੇਂ ਨੰਗੇ ਪਿੰਡੇ ਘੁੰਮੋ, ਤੁਹਾਨੂੰ ਡਰ ਕਾਹਦਾ ਆ? ਕਾਹਦਾ ਡਰ ਆ ਤੁਹਾਡੇ ਤੇ? ਕਿਉਂਕਿ ਜੀ ਇੱਕ ਗੱਲ ਦੱਸਿਓ, ਜਿਵੇਂ ਕਾਂਗਰਸ ਦੀ ਸਰਕਾਰ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਤੁਹਾਡਾ ਕਰਜ਼ਾ ਮਾਫ ਕਰਾਂਗੇ। ਹਾਂਜੀ। ਜਿਨ੍ਹਾਂ ਦੇ 40 ਖੇਤ ਆ, 50 ਖੇਤ ਹੈ, 100 ਖੇਤ ਹੈ, ਉਹਨਾਂ ਦਾ ਕਰਜ਼ਾ ਮਾਫ ਹੋਇਆ। ਹਾਂਜੀ। ਜਿਹਦੇ ਕੋਲ ਕੰਮ ਕਰ ਹੀ ਹੈ ਨਹੀਂ, ਬਿਲਕੁਲ ਜੀ, ਜਿਹਦੇ ਕੋਲ ਲਸਣ ਬੀਜਣ ਜੋਗੀ ਵੀ ਜ਼ਮੀਨ ਹੈ ਨਹੀਂ, ਹਾਂਜੀ, ਉਹ ਵਿਚਾਰੇ ਅੱਜ ਕਰਜ਼ਾ ਮਾਫ ਕਰਾਉਣ ਲਈ ਕਰਜ਼ਾਈ ਤਰਾ ਕਰਦੇ ਆ। ਇੱਕ ਕਰੋਨਾ ਮਹਾਮਾਰੀ ਲੰਘਿਆ, ਉਹਨਾਂ ਦੇ ਵਿਚਾਰਿਆਂ ਦੇ ਘਰਾਂ ਦੇ ਵਿੱਚ ਕੁਰਕੀਆਂ ਆ ਰਹੀਆਂ। ਹਾਂਜੀ। ਇਹ ਬੇਜ਼ਮੀਨੇ ਲੋਕਾਂ ਦੇ ਲਈ ਜਿਹੜੇ ਪੰਜਾਬ ਦੇ ਵਿੱਚ 34 SC MLA ਬੈਠੇ ਆ, ਉਹਨਾਂ ਨੇ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ, ਕਿਉਂ ਨਹੀਂ ਚੁੱਕੀ, ਕਿਉਂ ਨਹੀਂ ਲੋਕਾਂ ਨੂੰ ਨਾਲ ਲੈ ਕੇ ਤੁਰੇ? ਇਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ? ਗੁੜਾ ਸਾਹਿਬ, ਜਿਹੜੇ 34 MLA ਬੈਠੇ ਆ ਉਹ ਤਾਂ ਗੁੰਗੇ ਤੇ ਬਹਿਰੇ ਆ, ਉਹ ਉਸ ਗਾਂਧੀ ਦੇ ਬਾਂਦਰ ਆ, ਨਾ ਦੇਖਦੇ ਨਾ ਸੁਣਦੇ ਤੇ ਨਾ ਬੋਲਦੇ ਆ। ਕਿਉਂਕਿ ਉਹ ਅਗਰ ਉਹਨਾਂ ਨੂੰ ਲੋਕਾਂ ਦੇ ਦਰਦ ਹੁੰਦਾ, ਅਗਰ ਉਹਨਾਂ ਨੂੰ ਲੋਕਾਂ ਦਾ ਤਕਲੀਫ ਦਾ ਪਤਾ ਹੁੰਦਾ, ਅਗਰ ਉਹਨਾਂ ਨੂੰ ਲੋਕਾਂ ਦੀ ਉਸ ਮਜਬੂਰੀ ਦਾ ਪਤਾ ਹੁੰਦਾ ਕਿ ਇਹ ਬੰਦੇ ਕਿੱਦਾਂ ਆਪਣੇ 10-20 ਹਜ਼ਾਰ ਰੁਪਈਆ ਛਡਾਉਣ ਲਈ ਵੀ ਇਹ ਮਿਹਨਤਾਂ ਕਰਦੇ ਆ। ਇੱਕ ਵਧੀਆ ਧੜੱਲੇਦਾਰ ਬੰਦਿਆਂ ਦੇ ਅਸੀਂ ਇੱਥੇ ਪਿੰਡ ਦੇ ਵਿੱਚ ਦੇਖੇ 2,30,000 ਰੁਪਈਆ ਵੀ ਮਾਫ ਹੋਇਆ। ਜਿਨ੍ਹਾਂ ਕੋਲ 100 ਖੇਤ ਦੀ ਖੇਤੀ ਆ, ਜਿਨ੍ਹਾਂ ਕੋਲ 50 ਖੇਤ ਦੀ ਜ਼ਮੀਨੀ ਖੇਤੀ ਆ, ਉਹਨਾਂ ਦਾ 2-2, 3-3 ਲੱਖ ਰੁਪਈਆ ਵੀ ਮਾਫ ਹੋਇਆ। ਸਾਡੇ ਲੋਕਾਂ ਨੂੰ ਫਿਰ ਸ਼ਰਮ ਕਦੋਂ ਆਊਗੀ? ਸਾਡੇ ਲੋਕ ਕਦੋਂ ਸ਼ਰਮ ਕਰਨਗੇ ਕਿ ਅਸੀਂ ਇਸ ਗੁੰਡੇ ਰਾਜ ਨੂੰ ਵੋਟ ਨਹੀਂ ਪਾਉਣੀ? ਸਾਡੇ ਲੋਕਾਂ ਨੂੰ ਵੀ ਇਹ ਸੋਚ ਹੋਣੀ ਚਾਹੀਦੀ ਆ ਕਿ ਅਸੀਂ ਇਹਨਾਂ ਨੂੰ ਵੋਟ ਨਹੀਂ ਪਾਉਣੀ, ਕਿਉਂਕਿ ਇਹ ਲੋਕਾਂ ਨੇ ਹੀ ਸਾਡੇ ਹੱਕ ਖਾਧੇ ਆ।
ਇਸ ਲੋਕਾਂ ਦੇ ਹੱਕ ਖਾਣ ਦੇ ਨਾਲ ਹੀ ਅਸੀਂ ਲੋਕ ਹੋਰ ਗਰੀਬ ਤੋਂ ਗਰੀਬ ਹੋ ਰਹੇ ਹਾਂ, ਅਸੀਂ ਲੋਕ ਤੰਗ ਹੋ ਰਹੇ ਹਾਂ। ਆਖਰ ਤੇ ਕੀ ਅਪੀਲ ਲੋਕਾਂ ਨੂੰ ਕਹਿਣਾ ਚਾਹੋਗੇ ਕਿ ਵੋਟਾਂ ਵੇਲੇ ਖਿਆਲ ਰੱਖਿਓ? ਆਖਰ ਤੇ ਹੀ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਵੋਟ ਮਤਦਾਨ ਦੇਣ ਤੋਂ ਪਹਿਲਾਂ ਆਪਣੀ ਮਤ ਨੂੰ ਚੰਗੀ ਤਰ੍ਹਾਂ ਖੋਲ੍ਹੋ, ਆਪਣੀ ਚੰਗੀ ਤਰ੍ਹਾਂ ਸੋਚ ਔਰ ਸਮਝ ਦੇ ਨਾਲ ਆਪਣੇ ਬੱਚਿਆਂ ਦੇ ਨੂੰ ਭਵਿੱਖ ਨੂੰ ਦੇਖਦੇ ਹੋਏ ਉਸ ਇਨਸਾਨ ਨੂੰ ਵੋਟ ਪਾਓ, ਉਸ ਬੰਦੇ ਨੂੰ ਵੋਟ ਪਾਓ, ਉਸ ਕੈਂਡੀਡੇਟ ਨੂੰ ਵੋਟ ਪਾਓ ਜਿਹੜਾ ਤੁਹਾਡਾ ਦੁੱਖ ਔਰ ਦਰਦ ਸਮਝਦਾ ਹੋਵੇ, ਜਿਹੜਾ ਤੁਹਾਡੀ ਆਵਾਜ਼ ਰਾਜ ਸਭਾ ਲੋਕ ਸਭਾ ਤੱਕ ਲੈ ਕੇ ਜਾਂਦਾ ਹੋਵੇ, ਤੁਹਾਡੇ ਹੱਕਾਂ ਦੇ ਡਾਕਾ ਪੈਣ ਤੋਂ ਪਹਿਲਾਂ ਉਹ ਬੰਦਾ ਹਿੱਕ ਤਾਣ ਕੇ ਮੂਹਰੇ ਖੜਦਾ ਹੋਵੇ ਔਰ ਤੁਹਾਡੇ ਹੱਕਾਂ ਨੂੰ ਬਚਾਉਣ ਵਾਲਾ ਹੋਵੇ। ਅਸੀਂ ਇਹ ਬੇਨਤੀ ਕਰਾਂਗੇ, ਸਾਰੇ ਲੋਕਾਂ ਅੱਗੇ ਇਹ ਬੇਨਤੀ ਕਰਾਂਗੇ ਕਿ ਹੁਣ 74 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਤੁਸੀਂ ਮੂਕ ਦਰਸ਼ਕ ਬਣ ਕੇ ਵੋਟ ਨਾ ਪਾਓ, ਆਪਣੀ ਸੋਚ ਔਰ ਸਮਝ ਨਾਲ ਵੋਟ ਪਾਓ, ਅੱਗੇ ਤੋਂ ਤੁਹਾਡੇ ਬੱਚਿਆਂ ਦਾ ਭਵਿੱਖ ਵਧੀਆ ਹੋ ਸਕੇ। ਬਹੁਤ ਬਹੁਤ ਧੰਨਵਾਦ ਜੀ। ਜੈ ਭੀਮ, ਜੈ ਗੁਰਦੇਵ। ਧੰਨ ਗੁਰਦੇਵ, ਜੈ ਭੀਮ, ਜੈ ਭਾਰਤ ਜੀ। ਬਹੁਤ ਬਹੁਤ ਧੰਨਵਾਦ ਜੀ। ਇੰਨੇ ਸ਼ੌਂਕੀ ਬੜਾ ਪਿੰਡ ਜਿਨ੍ਹਾਂ ਨੇ ਬਹੁਤ ਬਰੀਕੀ ਨਾਲ ਦੱਸਿਆ, ਬਿਲਕੁਲ ਚੋਣਾਂ ਸਿਰ ਤੇ ਨੇ ਔਰ ਚੋਣਾਂ ਵੇਲੇ ਜ਼ਰੂਰ ਅਕਲ ਤੋਂ ਕੰਮ ਲਿਓ, ਮਤ ਤੋਂ ਕੰਮ ਲਿਓ, ਮਤਦਾਨ ਕਰਨ ਵੇਲੇ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਦੇ ਰਹੋ ਕਾਂਚੀ ਟੀਵੀ। ਜੈ ਭੀਮ, ਜੈ ਗੁਰਦੇਵ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ। ਕਾਂਚੀ ਟੀਵੀ ਨਾਲ ਹੀ ਦਬਾਓ ਘੰਟੀ ਦਾ ਬਟਨ।